ਬੀਜੇਪੀ ਨੇਤਾ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਕਰਨਾ ਚਾਹੁੰਦੀ ਸੀ ਪੰਜਾਬ ਸਰਕਾਰ। ਫਿਰ ਦਿੱਲੀ ਪੁਲਿਸ ਆ ਗਈ, ਫਿਰ ਹਰਿਆਣਾ ਪੁਲਿਸ ਆ ਗਈ, ਫਿਰ ਕਚਹਿਰੀਆਂ ਵੀ ਹੁਣ ਇਸ ਮਸਲੇ 'ਚ ਆ ਚੁੱਕੀਆਂ ਨੇ। ਰਾਤ ਦੀ ਕਚਹਿਰੀ ਲੱਗੀ ਤੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ। ਪਰ ਇਹ ਲੋੜ ਕਿਉਂ ਪਈ ਤੇ ਕੀ ਪੰਜਾਬ ਸਰਕਾਰ ਨੂੰ ਲੋਕਾਂ ਨੇ ਕਿਸ ਗੱਲ ਵਾਸਤੇ ਫਤਵਾ ਦਿੱਤਾ, उस फतवे ਨੂੰ ਅਸੀਂ ਸਮਝਣ ਦਾ ਯਤਨ ਕਰਾਂਗੇ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਹੋਣੀ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਭੁੱਲਰ ਜੀ। ਸਰ ਬਹੁਤ ਸਾਰੀਆਂ ਸਰਕਾਰਾਂ ਵੇਖ ਲੀਆਂ, ਪਹਿਲਾਂ ਵੀ ਫਤਵਾ ਜਿਹੜਾ ਲੋਕ ਦਿੰਦੇ ਨੇ, ਲੋਕ ਤੇ ਸਿਰ ਮੱਥੇ ਪ੍ਰਵਾਨ ਕਰਦੇ ਨੇ, ਉਹਦਾ ਨਜਾਇਜ਼ ਫਾਇਦਾ ਚੁੱਕਦੀਆਂ ਰਹੀਆਂ ਸਰਕਾਰਾਂ। ਦੇਖੋ ਇਹ ਬੜੀ ਅਜੀਬ ਜੀ ਪ੍ਰਸਥਿਤੀ ਬਣੀ ਆ ਕਿ ਮੈਨੂੰ ਤਾਂ ਲੱਗਦਾ ਸਾਡੇ ਡੈਮੋਕ੍ਰੇਸੀ ਹੌਲੀ ਹੌਲੀ ਫੇਲ ਹੁੰਦੀ ਜਾ ਰਹੀ ਹੈ ਜੀ। ਜਿਨ੍ਹਾਂ ਵਾਅਦਿਆਂ ਦੇ ਉੱਤੇ ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ, ਵਿਧਾਨ ਸਭਾ ਦੀਆਂ ਚੋਣਾਂ ਹੋਣ, ਪਾਰਟੀਆਂ ਸੱਤਾ 'ਚ ਆਉਂਦੀਆਂ, ਉਹ ਤਾਂ ਉਸੇ ਦਿਨ ਹੀ ਪਾੜ ਕੇ ਸੁੱਟ ਦਿੰਦੀਆਂ। ਉਦੋਂ ਬਾਅਦ ਹੁੰਦਾ ਕਿ ਕਿੱਥੇ ਆਪਣੇ ਆਪਣੇ ਕਨੈਕਸ਼ਨ ਬਣਾਉਣੇ ਆ, ਕਿੱਥੇ ਅਗਲੀ ਸੱਤਾ ਲਈ ਹੋਰ ਪਲੇਟਫਾਰਮ ਤਕੜਾ ਕਰਨਾ ਆ, ਆਪਣੀਆਂ ਪੁਰਾਣੀਆਂ ਕਿਹੜਾਂ ਕਿਵੇਂ ਕੱਢਣੀਆਂ, ਕਿਹਦੇ ਨਾਲ ਬਦਲਾਖੋਰੀ ਪੂਰੀ ਕਰਨੀ ਜਿਹੜੀ ਮਨ 'ਚ ਦੱਬੀ ਸੀ। ਆਹ ਕੁਝ ਚੱਲਦਾ। ਰਜਵਾੜਾ ਸ਼ਾਹੀ ਇੰਝ ਹੁੰਦੀ ਸੀ। ਉਹਨਾਂ 'ਚ ਹੁੰਦਾ ਸੀ ਕਿ ਉਹਨਾਂ ਦੀ ਮੁੱਛ ਦਾ ਵਾਲ ਦਾ ਸਵਾਲ ਹੁੰਦਾ ਸੀ ਵੀ ਜੇ ਫਲਾਣੇ ਨੇ ਤਾਂ ਨੂੰ ਕੋਈ ਅੱਖ ਕਰ ਲਈ ਹੈ ਜਾਂ ਕਿਸੇ ਨੇ ਮੁੱਛ ਨੂੰ ਐਂ ਮਰੋੜ ਜਿਹਾ ਦਿੱਤਾ, ਲੋ ਲੈ ਜਾਓ, ਲਿਆਓ ਜਾ ਕੇ 10 ਘੋੜੇ ਲੈ ਜਾਓ, ਉਹਨਾਂ ਨੂੰ ਮੁਸ਼ਕਾਂ ਬੰਨ੍ਹ ਕੇ ਲੈ ਕੇ ਉਹਨੂੰ ਇੱਥੋਂ ਕੁੱਟੋ ਮਾਰੋ, ਮੇਰੇ ਸਾਹਮਣੇ ਲਿਆ ਕੇ ਮੇਰੇ ਦਰਬਾਰ 'ਚ ਪੇਸ਼ ਕਰੋ। ਇਹ ਕੰਮ ਚੱਲ ਰਿਹਾ। ਸ਼ੁਰੂਆਤ ਤੁਸੀਂ ਮੋਦੀ ਜੀ ਨੇ ਵੀ ਨਹੀਂ ਘੱਟ ਕੀਤੀ। ਦੇਖੋ ਤੇ ਉਹ ਜਗਨੇਸ਼ ਮਹਿਮਾਨੀ ਕਿੱਥੋਂ ਚੁੱਕਿਆ, ਗੁਜਰਾਤ ਤੋਂ ਹੈ ਨਾ, ਰਿਜ਼ਰਵ ਸੀਟ ਤੋਂ ਹੈਗਾ ਆ, MLA ਆ, ਕੋਈ ਐਵੇਂ ਬਿਲਕੁਲ ਸਧਾਰਨ ਨਹੀਂ ਹੈਗਾ। ਉੱਥੋਂ ਚੱਕ ਕੇ ਤੁਸੀਂ ਅਸਾਮ 'ਚ ਲੈ ਗਏ, ਫਿਰ ਉਹਦੀ ਬੇਲ ਹੋ ਗਈ, ਫਿਰ ਉਹਦੇ 'ਤੇ ਫਿਰ ਉਹਨੂੰ ਉਸੇ ਵੇਲੇ ਅਰੈਸਟ ਕਰ ਲਿਆ, ਫਿਰ ਉਹ ਉੱਥੋਂ ਦੋਵਾਂ ਦੀ ਬੇਲ ਹੋ ਗਈ। ਆ ਕੇ ਕਹਿਦਾ ਜੀ 3 ਮਹੀਨੇ ਦੀ ਉਹਨੂੰ ਸਜ਼ਾ ਸੁਣਾਤੀ 8-9 ਬੰਦਿਆਂ ਦੇ ਨਾਲ ਪੁਰਾਣੇ ਕਿਸੇ ਕੇਸ। ਇਸ ਤਰੀਕੇ ਨਾਲ ਇੱਕ ਪ੍ਰਧਾਨ ਮੰਤਰੀ ਦਾ ਇਹ ਰੁਤਬਾ ਹੈ। ਉਹਦੇ ਮੁਕਾਬਲੇ ਤੇ ਤੁਸੀਂ ਜੋ ਬਾਈਡਨ, ਉਹ ਪ੍ਰੈਜ਼ੀਡੈਂਟ ਸਾਡੇ ਪ੍ਰਧਾਨ ਮੰਤਰੀ ਨੂੰ ਛੋਟਾ ਤਾਂ ਨਹੀਂ ਹੈ, ਜੇ ਚਲੋ ਵੱਡਾ ਮਤਲਬ ਨਹੀਂ ਕਹੀਏ ਤੇ ਬਰਾਬਰ ਦਾ ਹੀ ਇੱਕ ਰੁਤਬਾ ਹੈਗਾ। ਉਹਨੂੰ ਕਮੇਡੀਅਨ ਉੱਥੇ ਖੜਾ ਸਟੇਜ 'ਤੇ, ਉਹ ਬਲੈਕ ਸੀਗਾ ਹੈ, ਉਹਨਾਂ ਨੇ ਅਫਰੀਕਨ ਔਰੀਜਨ ਦੇ, ਮਤਲਬ ਉੱਥੇ ਇੱਕ ਰੇਸ਼ੀਅਲ ਕਰਕੇ ਮੈਂ ਉਹਨਾਂ ਦਾ ਨਾਂ ਨਾਲ ਤਾਂ ਕਰਕੇ ਥੋੜ੍ਹਾ ਜਿਹਾ ਉਹ ਮੈਂਸ਼ਨ, ਰੇਸ ਦਾ ਮੈਂਸ਼ਨ ਕਰ ਰਿਹਾ ਕਿ ਉਹਨਾਂ ਨੇ ਇਉਂ ਜਦੋਂ ਬੋਲਿਆ ਉੱਥੇ, ਉਹਨੂੰ ਉਹਦੇ ਸਾਹਮਣੇ ਉਹਦੀ ਡੰਡ ਲਾਈ ਹੈ ਇੱਕ ਕਿਸਮ ਦੀ, ਕਮੇਡੀਅਨ ਜਿਹੜੇ ਉਹਨੂੰ ਸਟਾਇਰ ਕੀਤਾ, ਅਤੇ ਮੈਂ ਦੇਖਿਆ ਜੋ ਬਾਈਡਨ ਹੱਸ ਰਿਹਾ ਸੀ। ਇਹਨੂੰ ਕਹਿੰਦੇ ਆ ਡੈਮੋਕ੍ਰੇਸੀ। ਮੈਂ ਕੋਈ ਆਈਡੀਅਲ ਰੂਪ ਅਮਰੀਕਨ ਡੈਮੋਕ੍ਰੇਸੀ ਨਹੀਂ ਹੈ ਕਿ ਉਹ ਇੱਕ ਆਈਡੀਅਲੀ ਸਾਨੂੰ ਸੂਟ ਕਰਦੀ ਹੈ, ਪਰ ਤੁਹਾਡਾ ਇੰਨਾ ਜੇਰਾ ਤੇ ਹੋਵੇ। ਆ ਹੁਣ ਸਾਡੇ ਦੇਖੋ ਤੇ ਕੀ ਮੀਡੀਆ ਦੀ ਕੀ ਹਾਲਤ ਕੀਤੀ ਪਈ ਹੈ। ਪੰਜਾਬ ਦੀ ਜਨਤਾ ਨੇ ਵੀ ਤੇ ਇੱਕ ਕਮੇਡੀਅਨ ਬੜਾ ਅੱਛਾ ਸਟਾਇਰ ਸੀ ਭਗਵੰਤ ਮਾਨ ਦੇ, ਹਰ ਉਹਨਾਂ ਬੋਲਾਂ ਦੇ ਵਿੱਚ ਸਿਸਟਮ ਦੇ ਖਿਲਾਫ ਬੋਲਦੇ ਰਹੇ। ਪੰਜਾਬ ਦੀ ਜਨਤਾ ਨੇ ਮੌਕਾ ਦਿੱਤਾ ਹੈਗਾ ਭਗਵੰਤ ਮਾਨ ਨੂੰ ਵੀ ਜੀ ਇਸ ਕਿਸਮ ਨਾਲ। ਤੇ ਦੇਖੋ ਉਹ ਜਿਹੜਾ ਯੂਕਰੇਨ ਦਾ ਇਸ ਵੇਲੇ ਪ੍ਰਧਾਨ ਮੰਤਰੀ ਹੈ, ਉਹ ਵੀ ਪ੍ਰੈਜ਼ੀਡੈਂਟ ਸ਼ਾਇਦ, ਉਹ ਵੀ ਜ਼ੈਲੈਂਸਕੀ ਵੀ, ਤਾਂ ਉਹ ਵੀ ਤਾਂ ਕਮੇਡੀਅਨ ਸੀਗਾ। ਉਹਦੀ ਕੋਈ ਗੱਲ ਨਹੀਂ ਹੈ। ਕਲਾਕਾਰ ਹੋਣਾ, ਪੋਲੀਟਿਕਸ 'ਚ ਆ ਜਾਣਾ ਚੰਗੀ ਗੱਲ ਹੈ, ਸਗੋਂ ਦੋ ਚੀਜ਼ਾਂ ਮਿਲਦੀਆਂ। ਪਰ ਮੈਂ ਜਿਹੜਾ ਪੁਆਇੰਟ ਬਿਲਡ ਕਰ ਰਿਹਾ ਕਿ ਇਹੀ ਕੰਮ ਕੇਜਰੀਵਾਲ ਨੇ ਕੀਤਾ, ਜੋ ਵੈਸੇ ਤਾਂ ਇੱਕ ਦੂਜੇ ਦੇ ਜਾਨੀ ਦੁਸ਼ਮਣ ਲੱਗਦੇ ਆ। ਲਓ ਜੀ ਮੋਦੀ, ਬੀਜੇਪੀ ਲਫੰਗੇ, ਬੀਜੇਪੀ ਗੁੰਡੇ, ਬੀਜੇਪੀ ਹੈ। ਜਿਹੜੀ ਹੁਣੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹੜੀ ਉਹਨਾਂ ਦੀ ਮਾਰਲੀਨਾ ਨੇ, ਉਹ ਉੱਥੇ MLA ਉਹਨਾਂ ਨੇ ਕੀ ਉਹਨਾਂ ਦੇ ਸ਼ਬਦ ਵਰਤੇ, ਇੱਕ ਵਾਰੀ ਨਹੀਂ ਕਈ ਵਾਰੀ ਕਿਹਾ ਕਿ ਦੰਗਈ, ਲਫੰਗੇ, ਗੁੰਡਿਆਂ ਦੀ ਪਾਰਟੀ। ਠੀਕ ਹੈ, ਉਹਨਾਂ 'ਚ ਬੰਦੇ ਗੁੰਡਾਗਰਦੀ ਕਰਦੇ, ਸਾਰਾ ਕੁਝ, ਤੁਸੀਂ ਟੋਟਲ ਪਾਰਟੀ ਨੂੰ ਕਿਉਂ ਕਹਿੰਦੇ ਆ? ਮਤਲਬ ਇੱਕ ਜਿਹੜਾ ਸਿੱਧਾ ਬਦਲਾਖੋਰੂ, ਉਹ ਚੰਗਾ। ਮੈਂ ਲੋਕਾਂ ਨੇ ਇਸ ਕਰਕੇ ਨਹੀਂ ਵੋਟਾਂ ਪਾਈਆਂ, ਜਿਹੜਾ ਤੁਹਾਡਾ ਸਵਾਲ ਆ। ਵੋਟਾਂ ਨੇ ਤੇ ਆਪਣੇ ਲੋਕਾਂ ਨੇ ਮੁੱਦਿਆਂ ਲਈ ਵੋਟਾਂ ਪਾਈਆਂ, ਉਹ ਤੁਸੀਂ ਸਾਰਾ ਇੱਕ ਪਾਸੇ ਛੱਡਤਾ। ਭਗਵੰਤ ਮਾਨ ਨੇ ਕਹਿੰਦਾ ਸਮਝੌਤਾ ਕੀਤਾ ਨੌਲੇਜ ਆਫ ਸ਼ੇਅਰ, ਇਹਦੇ ਤਾਂ ਪੁਲਿਸ ਦੀ ਸ਼ੇਅਰਿੰਗ ਹੋ ਰਹੀ। ਉਹ ਲੱਗਦਾ ਕਿ ਭਗਵੰਤ ਮਾਨ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ। ਭਗਵੰਤ ਮਾਨ ਅਜੇ ਤੱਕ ਬੋਲੇ ਨਹੀਂ ਇਸ ਪੂਰੇ ਐਪੀਸੋਡ 'ਚ। ਮੈਂ ਚਲੋ ਇੱਥੇ ਹੀ ਆ ਜਾਣਾ, ਜਿਹੜੀ ਗੱਲ ਤੁਹਾਡੀ ਹੈਗੀ ਹੈ। ਅਸਲ 'ਚ ਸਰਕਾਰ ਇਹ ਕੇਜਰੀਵਾਲ ਦੀ ਹੈ। ਕੇਜਰੀਵਾਲ ਨੇ ਵੱਡੀਆਂ ਫਲੈਕਸਾਂ ਲਾਈਆਂ ਸੀ, ਇੱਕ ਮੌਕਾ ਕੇਜਰੀਵਾਲ ਨੂੰ। ਉਹ ਤੇ ਬਾਅਦ ਵਿੱਚ ਜਦੋਂ ਬਹੁਤ ਰੌਲਾ ਪੈ ਗਿਆ ਤੇ ਲੋਕਾਂ ਨੇ ਕਿਹਾ ਵੀ ਇੱਥੇ ਕੇਜਰੀਵਾਲ ਦੀ ਸਰਕਾਰ ਬਣਾਉਣੀ ਆ ਜਾਂ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾਉਣੀ, ਤੇ ਫਿਰ ਮਾੜਾ ਕਿਤੇ ਭਗਵੰਤ ਮਾਨ ਦਾ ਵੀ ਤਰੌਂਕਾ ਛੱਟਾ ਦੇ ਦਿੱਤਾ ਫਲੈਕਸਾਂ 'ਤੇ। ਜਦੋਂ ਚੋਣਾਂ ਦੇ ਦੌਰਾਨ ਕੇਜਰੀਵਾਲ ਸਮਝਿਆ ਕਿ ਮਿੱਤਰਾਂ ਦਾ ਨਾਂ ਚੱਲਦਾ, ਵੀ ਮੇਰੇ ਨਾਂ 'ਤੇ ਵੋਟਾਂ ਪੈਂਦੀਆਂ, ਮੇਰੀ ਪਾਰਟੀ ਪੂਰਟੀ ਨੂੰ ਨਹੀਂ ਪੈਂਦੀਆਂ, ਆਪ ਕੌਣ ਹੁੰਦੀ ਹੈ।
ਇਹ ਕੇਜਰੀਵਾਲ ਦਾ ਜਿਹੜਾ ਚਿਹਰਾ ਹੈ ਉਹਨੂੰ ਵੋਟਾਂ ਪੈਂਦੀਆਂ ਤੇ ਜਦੋਂ ਕੇਜਰੀਵਾਲ ਦੇ ਚਿਹਰੇ ਨੂੰ ਵੋਟਾਂ ਪਈਆਂ ਤੇ ਹੁਣ ਕੇਜਰੀਵਾਲ ਦੀ ਹੀ ਚੱਲੂਗੀ। ਇੱਥੇ ਆ ਬੰਦਾ ਰਾਘਵ ਚੱਡਾ ਉਹਨੇ ਆਪਣਾ ਇੱਕ ਖਾਸਮ ਖਾਸ ਲਿਆ ਕੇ ਬਿਠਾਤਾ, ਉਹ ਇੰਟਰਵਿਊ ਲੈਂਦਾ, ਉਹ ਸਾਰਿਆਂ ਬੰਦਿਆਂ ਨਾਲ ਗੱਲਾਂ ਕਰਦਾ, ਉਹ ਸਾਰਿਆਂ ਨੂੰ ਕਿਹਨੂੰ ਕਿੱਥੇ ਲਾਉਣਾ, ਕਿਹਨੂੰ ਬਦਲਾਉਣਾ, ਕੀ ਕਰਨਾ, ਅੱਗੇ ਪਾਲਿਸੀ ਕੀ ਹੋਵੇ, ਪਹਿਲਾਂ ਕੀ ਕਰਨਾ, ਬਾਅਦ 'ਚ ਕੀ ਕਰਨਾ, ਉਹਦੇ ਬਿਨਾਂ ਪਾਸ ਹੋਇਆ ਕੋਈ ਫਾਈਲ ਹਿਲਦੀ ਨਹੀਂ। ਫਿਰ ਭਗਵੰਤ ਮਾਨ ਸਾਹਿਬ ਕੀ ਕਰਦੇ ਨੇ? ਕੁਛ ਵੀ ਨਹੀਂ, ਰਬੜ ਸਟੈਂਪ ਕੁਛ ਵੀ ਨਹੀਂ। ਉਹ ਤੇ ਕਮੇਡੀਅਨ ਦੁਬਾਰਾ ਮੈਂ ਕਹਿੰਦਾ ਸਗੋਂ ਐਜ਼ ਚੀਫ ਮਿਨਿਸਟਰ ਵੀ ਦੁਬਾਰਾ ਕਮੇਡੀ ਕਰਨ ਲੱਗ ਜਾਣ ਨਾ, ਉਹ ਚੰਗਾ ਰਹੂਗਾ, ਲੋਕੀ ਘੱਟੋ ਘੱਟ ਖੁਸ਼ ਤੇ ਹੋਣਗੇ। ਤੁਸੀਂ ਕਿਵੇਂ ਕਹਿ ਸਕਦੇ ਰਬੜ ਸਟੈਂਪ ਜਨਾਬ? 92 ਐਮਐਲਏ ਉਹਦੇ ਕੋਲ। ਨਹੀਂ ਉਹਦੇ ਕੋਲ ਥੋੜੀ ਆ, ਤੇ ਉਹ ਤੇ ਜਾ ਕੇ ਉੱਥੇ ਪਾਣੀ ਤੇ ਉਹਦਾ ਭਰਦੇ ਆ, ਗੋਡੇ ਤੇ ਉਹਦੇ ਦੱਬਦੇ ਆ ਜਾ ਕੇ ਕੇਜਰੀਵਾਲ ਦੇ। ਇਹ ਤਾਂ ਕਹਿਣ ਵਾਲੀ ਗੱਲ ਹੈ ਨਾ, ਆਪਾਂ ਕਿਹੜੇ ਗੋਡੇ ਦੱਬਦੇ ਦੇਖੇ? ਨਹੀਂ ਹੁਣ ਹਰ ਗੱਲ ਦਾ ਕੋਈ ਸਬੂਤ ਨਹੀਂ ਹੁੰਦਾ। ਇਹ ਵੇਖਣ ਨੂੰ ਪਤਾ ਲੱਗ ਜਾਂਦਾ ਕਿਉਂ ਮੈਂ ਕਹਿ ਰਿਹਾ। ਜਿਹੜੇ 10 ਬਣਾਏ ਹੈਗੇ ਆ ਹੁਣ ਮਿਨਿਸਟਰ, ਤੁਹਾਡਾ ਖਿਆਲ ਹੈ ਇਹਨੇ ਸਾਰੇ ਸਿਲੈਕਟ ਕੀਤੇ ਆ? ਕੇਜਰੀਵਾਲ ਨੇ ਕੀਤੇ। ਕਾਰਨ ਮੈਂ ਉਹ ਦੱਸਦਾ ਕਿਵੇਂ ਆ। ਅਮਨ ਅਰੋੜਾ ਕਿੱਥੇ ਆ? ਉਹ ਜਿਹੜਾ ਕੁੰਵਰ ਵਿਜੇ ਪ੍ਰਤਾਪ ਕਿੱਥੇ ਆ? ਹੋਰ ਪੁਰਾਣੇ ਜਿਹੜੇ ਬੰਦੇ ਪਹਿਲੀ ਵਾਰੀ ਪਿਛਲੀ ਵਾਰੀ 10 ਬੰਦੇ ਸੀ ਉਹ ਕਿੱਥੇ ਆ? ਉਹਨਾਂ 'ਚੋਂ ਇੱਕੋ ਚੀਮਾ ਜ਼ਰੂਰ ਹਰਪਾਲ ਚੀਮੇ ਨੂੰ ਜਿਹੜਾ ਫਾਈਨੈਂਸ ਮਿਨਿਸਟਰ ਦੇ ਤੌਰ 'ਤੇ ਰੱਖਿਆ। ਬਾਕੀ ਜਿਹੜੇ ਐਉਂ ਲੱਗਦਾ ਸੀ ਕਿ ਉਹਦੀ ਜੀ ਹਜ਼ੂਰੀ ਪੂਰੀ ਤਰ੍ਹਾਂ ਨਹੀਂ ਕਰਨਗੇ, ਪੂਰੀ ਤਰ੍ਹਾਂ ਗੋਡੇ ਐਉਂ ਨਹੀਂ ਦੱਬਣਗੇ, ਉਹਨਾਂ ਨੂੰ ਬਾਹਰ ਕਰਤਾ ਸਾਰਿਆਂ ਨੂੰ। ਅਜੇ 7 ਮਿਨਿਸਟਰ ਕਿਉਂ ਟੰਗਿਆ ਵੀ ਉਹਨਾਂ ਨੂੰ? 7 ਮਿਨਿਸਟਰੀਆਂ ਕਿਉਂ ਨਹੀਂ ਦਿੰਦੇ? ਹੁਣ ਦਾ ਸਵਾਲ ਲੈ ਲਓ ਕਿਉਂ ਮੈਂ ਕਹਿੰਦਾ। ਮੈਨੂੰ ਲੱਗਦਾ ਇਹ ਪਟਾਕਾ ਕਿਤੇ ਪੈ ਨਾ ਜਾਏ। ਜਿਹੜੀ ਅਸਲੀ ਗੱਲ ਮੈਨੂੰ ਹੁਣ ਸਮਝ ਪੈ ਰਹੀ ਹੈ, ਜਦੋਂ ਇਹ ਸਾਰਾ ਕੁਝ ਹੋ ਗਿਆ, ਮੈਂ ਉਹ ਐਪੀਸੋਡ ਕਾਫੀ ਡਿਸਕਸ ਹੋ ਗਿਆ, ਉਹ ਨਹੀਂ ਕਰੂੰਗਾ। ਬੱਗੇ ਦਾ ਫੜ ਕੇ ਲੈ ਗਏ, ਚਲੇ ਗਏ, ਕੋਰਟ ਚਲਾ ਗਿਆ, ਜਿਵੇਂ ਤੁਸੀਂ ਦੱਸਿਆ ਹੀ ਆ। ਉਸ ਦੀ ਭਰਸਨਾ ਜਿਹੜੀ ਤੁਰੰਤ ਜਦੋਂ ਇਹ ਸਾਰਾ ਚੱਲ ਰਿਹਾ ਸੀਗਾ, ਉਹ ਜਿਹੜੀ ਭਰਸਨਾ ਕੀਤੀ ਆਤਿਸ਼ੀ ਮਾਰਲੇਨਾ ਨੇ, ਉਹਨੇ ਉੱਥੇ ਦਿੱਲੀ 'ਚ ਪ੍ਰੈਸ ਕਾਨਫਰੰਸ ਸੀ। ਕਿਉਂ ਬਈ? ਪੁਲਿਸ ਪੰਜਾਬ ਦੀ ਕੇਸ ਮੋਹਾਲੀ 'ਚ ਦਰਜ ਹੋਇਆ, ਫੜਿਆ ਉਹਨਾਂ ਨੂੰ ਗਿਆ। ਚੀਫ ਮਿਨਿਸਟਰ ਸਾਡਾ ਭਗਵੰਤ ਮਾਨ ਆ, ਉਹਨੇ ਅੱਜ ਤੱਕ ਉਹਦਾ ਬਿਆਨ ਦੇਖਿਆ? ਉਹਦਾ ਇੱਕ ਵੀ ਬਿਆਨ ਆਇਆ? ਇਹ 92 'ਚੋਂ ਇੱਕ ਦਾ ਵੀ ਬਿਆਨ ਆਇਆ? ਤੁਸੀਂ ਦੇਖਿਆ ਕਿ ਕਿਤੇ ਉਹ ਆਪਣੀ ਪੁਲਿਸ ਨੂੰ ਡਿਫੈਂਡ ਕਰਦੇ ਆ ਕਿ ਤੁਸੀਂ ਇਹ ਕਿਉਂ ਕੀਤਾ, ਸਾਡੀ ਪੁਲਿਸ ਦੇ ਹੱਥ ਕੀਤੀ, ਸਾਡੇ ਨਾਲ ਮਾੜਾ ਕੀਤਾ? ਇਸ ਲਈ ਇਹ ਦਿੱਲੀੋਂ ਚੱਲ ਰਹੀ ਸਰਕਾਰ। ਹੋਰ ਤੁਹਾਨੂੰ ਪ੍ਰੂਫ ਕੀ ਚਾਹੀਦਾ ਕਿ ਜਦੋਂ ਪੰਜਾਬ ਪੁਲਿਸ ਨਾਲ ਧੱਕਾ ਹੁੰਦਾ, ਫੜ ਕੇ ਕੁਛ ਤੇ ਉੱਥੇ ਜਨਕਪੁਰੀ ਬਿਠਾਲ ਲਏ ਦਿੱਲੀ ਇਹਨਾਂ ਦੇ ਅਫਸਰ, ਕੁਝ ਆ ਕੁਰੂਕਸ਼ੇਤਰਾ ਫੜ ਕੇ ਬਿਠਾਲ ਲਏ, ਇੱਥੋਂ ਫਿਰ ਮੋਹਾਲੀ ਤੋਂ ਜਾ ਕੇ ਤਾਰਾਂ ਖੜਕਰੀਆਂ, ਮੋਹਾਲੀ ਦਾ ਐਸਪੀ ਚਿੱਠੀਆਂ ਲਿਖ ਰਿਹਾ, ਓਏ ਸਾਡੇ ਬੰਦੇ ਛੇਤੀ ਛੱਡੋ, ਤੁਸੀਂ ਕਰ ਰਿਹਾ। ਕੋਰਟ ਦੇ ਵਿੱਚ ਉਹ ਕਹਿੰਦੇ ਅਸੀਂ ਫੜੇ ਹੀ ਨਹੀਂ, ਦੱਸੋ ਅਸੀਂ ਕਿਹੜੇ ਫੜੇ ਆ। ਮਤਲਬ ਇਹ ਜੋ ਉਦਣ ਮਤਲਬ ਇੱਕ ਪਾਸੇ ਪੰਜਾਬ ਪੁਲਿਸ ਨੇ ਤੇ ਧੱਕਾ ਕੀਤਾ ਤਾਂ ਲੱਗਦਾ ਕਿ ਦਿੱਲੀ ਵੀ ਧੱਕਾ ਕਰ ਗਈ, ਹਰਿਆਣਾ ਵੀ ਧੱਕਾ ਕਰ ਗਈ ਜੀ। ਹੈ ਤੇ ਸਿਸਟਮ ਦੇ ਖਿਲਾਫ ਹੀ ਤਿੰਨੇ ਸਰਕਾਰਾਂ ਭੁਗਤੀਆਂ। ਨਹੀਂ ਮੈਂ ਇਹ ਕਹਿੰਦਾ ਕਿ ਇਹ ਆਪਣੀ ਹੈਂਕੜ ਪਕਾਉਣਾ ਚਾਹੁੰਦਾ ਸੀ ਕੇਜਰੀਵਾਲ ਵੀ। ਅੱਛਾ ਮੈਂ ਕੁਮਾਰ ਵਿਸ਼ਵਾਸ ਦੀ ਮੰਜੀ ਠੋਕਤੀ, ਇੱਥੇ ਲਿਆਂਦਾ ਮੈਂ। ਉਹ ਜਿਹੜੀ ਅਲਕਾ ਲਾਂਬਾ, ਹਾਂ ਉਹ ਕਾਂਗਰਸ ਚਲੇ ਗਈ ਆ, ਉਹ ਇਹਨਾਂ ਦੇ ਨਾਲ ਜਿਹੜਾ ਕੁਮਾਰ ਵਿਸ਼ਵਾਸ ਤੇ ਖਾਸਮ ਖਾਸ ਇਹਨਾਂ ਦਾ ਸੀਗਾ, ਫਾਊਂਡਰਾਂ 'ਚੋਂ ਸੀਗਾ, ਜਿਹੜਾ ਬਿਲਕੁਲ ਜਿਹਨੂੰ ਕਲੋਜ਼ ਕੌਨਫੀਡੈਂਟ ਕਹਿੰਦੇ ਆ, ਉਹ ਸੀਗਾ ਉਹਦਾ ਬਿਲਕੁਲ ਜਾਣੀ ਸੱਜਾ ਹੱਥ। ਜਦੋਂ ਉਹਨੇ ਕੁਝ ਗੱਲ ਕਹੀ ਤਾਂ ਉਹਦੇ 'ਤੇ ਵੀ ਤੁਸੀਂ ਇੰਨਾ ਹਉਮੈ ਹੋ ਗਈ ਆ, ਇੰਨਾ ਤੁਹਾਡੀ ਉਹ ਤਬਾਹ ਵਿਗੜ ਗਈ ਆ ਕੇਜਰੀਵਾਲ ਦੀ ਕਿ ਉਹਨੂੰ ਤੁਸੀਂ ਇਹੋ ਜਿਹੇ ਕੇਸ ਇੱਥੇ ਕਰਕੇ ਫਿਰ ਉਹ ਚਲੋ ਕੋਰਟ ਦੇ ਵਿੱਚ ਉਹਨਾਂ ਨੂੰ ਰਾਹਤ ਮਿਲ ਗਈ, ਉਹ ਗੱਲ ਲੱਗ ਗਈ। ਉਸੇ ਤਰਜ਼ ਦੇ ਉੱਤੇ ਹੁਣ ਤੁਸੀਂ ਮੈਨੂੰ ਇਹਦਾ ਤੁਕ ਦੱਸੋ ਕੀ ਹੈ ਵੀ ਕੇਜਰੀਵਾਲ ਦਿੱਲੀ ਦਾ ਜਿਹਦੇ ਵਿਰੁੱਧ ਟਵੀਟ ਹੋਇਆ, ਉਹ ਬੰਦਾ ਦਿੱਲੀ ਦਾ, ਤੇ ਕਿ ਦਿੱਲੀ ਦੇ ਵਿੱਚ ਪੁਲਿਸ ਜਾਂ ਕੋਰਟਾਂ ਹੈ ਨਹੀਂ? ਦਿੱਲੀ 'ਚ ਤੇ ਸੁਪਰੀਮ ਕੋਰਟ ਵੀ ਹੈਗੀ ਆ। ਦਿੱਲੀ ਪੁਲਿਸ ਉਹਨਾਂ ਕੋਲ ਨਹੀਂ ਨਾ ਸ਼ਾਇਦ। ਇਹਦਾ ਮਤਲਬ ਹੈ ਵੀ ਪੁਲਿਸ ਨੂੰ ਰਾਜਨੀਤਿਕ ਤੌਰ 'ਤੇ ਸਿੱਧੇ ਤੌਰ 'ਤੇ ਮਿਸਯੂਜ਼ ਕੀਤਾ ਜਾ ਰਿਹਾ ਹੈ, ਤੇ ਤੁਸੀਂ ਉਹ ਗੱਲ ਕਹਿ ਰਹੇ ਆ। ਇਹਦਾ ਮਤਲਬ ਪੁਲਿਸ ਕਾਨੂੰਨ ਨਾਲ ਨਹੀਂ ਚੱਲ ਰਹੀ। ਇਹ ਤੇ ਸਾਫ਼-ਸਾਫ਼ ਨਜ਼ਰ ਹੀ ਆ ਨਾ, ਪੁਲਿਸ ਤੋਂ ਬਗੈਰ ਸੱਤਾ ਦਾ ਮਜ਼ਾ ਨਹੀਂ। ਹਾਂ ਤੇ ਹੁਣ ਕਿਉਂਕਿ ਇਹਨਾਂ ਨੂੰ ਲੱਗਾ ਕਿ ਇੱਥੇ ਪੁਲਿਸ ਸਾਡੇ ਕੋਲ ਆ ਗਈ ਹੈ, ਹੁਣ ਇਹ ਜਿਹੜੀਆਂ ਖਾਕੀ ਵਰਦੀਆਂ ਵਾਲੇ ਆ, ਪਿੰਡਾਂ 'ਚ ਜੋ ਹੋਈ ਜਾਂਦਾ, ਗੁੰਡਾਗਰਦੀ ਹੋਈ ਜਾਂਦੀ, ਰੇਪ ਹੋਈ ਜਾਂਦੇ ਆ, ਮਾਰ ਪਿੱਟਾ ਹੋਈ ਜਾਂਦੀ, ਜੋ ਲੋਕਾਂ ਦਾ ਹੋਈ ਜਾਂਦਾ, ਧੱਕਾਸ਼ਾਹੀ ਗਰੀਬਾਂ ਨਾਲ ਹੋਈ ਜਾਂਦੀ, ਉਸ ਨੂੰ ਇਨਸਾਫ ਦਿਵਾਉਣ ਦੀ ਉੱਥੇ ਜਗ੍ਹਾ ਤੁਸੀਂ ਜਾ ਕੇ ਉੱਥੇ ਕੇਜਰੀਵਾਲ ਦੇ ਇਸ਼ਾਰਿਆਂ 'ਤੇ 50 ਬੰਦੇ ਉੱਥੇ ਨਾਚ ਨੱਚਦੇ ਫਿਰਦੇ ਦਿੱਲੀ ਤੇ ਬੇਇੱਜ਼ਤੀ ਕਰਾ ਕੇ ਘਰ ਨੂੰ ਆ ਜਾਂਦੇ ਆ। ਜਾਣੀ ਬੇਇੱਜ਼ਤੀ ਹੈ ਕਿ ਜਦੋਂ ਤੁਸੀਂ ਲੈ ਕੇ ਚੱਲੇ ਤੇ ਰਸਤੇ ਤੋਂ ਅਗਲਾ ਕਹਿੰਦੇ ਉਹ ਆ ਚੱਲੇ ਜੀ ਅਸੀਂ ਲੈ ਕਿ ਜਿਹੜਾ ਮੈਨੂੰ ਮੁੱਢਲਾ ਸਵਾਲ ਸੀ ਕਿ ਪੰਜਾਬ ਦੇ ਲੋਕਾਂ ਦਾ ਏਜੰਡਾ ਅਲਕਾ ਲਾਂਬਾ, ਕੁਮਾਰ ਵਿਸ਼ਵਾਸ ਜਾਂ ਤੇਜਿੰਦਰਪਾਲ ਬੱਗਾ। ਨਹੀਂ ਇਹ ਏਜੰਡੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਏਜੰਡੇ ਤੇ ਨਹੀਂ ਹੈ। ਮੈਂ ਤਾਂ ਸ਼ੁਰੂ 'ਚ ਹੀ ਕਿਹਾ 7 ਗਰੰਟੀਆਂ ਦੇ ਵਿੱਚੋਂ ਗੱਲਾਂ ਕਰਨੀਆਂ ਚਾਹੀਦੀਆਂ ਵੀ ਪਹਿਲੀ ਗਰੰਟੀ ਬਿਜਲੀ ਵਾਲੀ, ਅਜੇ ਉਹ 1000 ਰੁਪਏ ਵਾਲੀ ਵੀ ਜਿਹੜੀ ਸਭ ਤੋਂ ਪਹਿਲੀ ਮੇਰਾ ਖਿਆਲ ਉਹ ਦਿੱਤੀ ਸੀ ਗਰੰਟੀ, ਪਹਿਲੀ ਸੀਗੀ ਤਾਂ ਇਹ ਬਿਜਲੀ ਵਾਲੀ, ਤੇ ਦੂਜੀ 1000 ਰੁਪਈਆ ਵਾਲੀ।
ਹੁਣ ਹੈ ਤੇ ਵੱਡੀ ਖੋਰੀ ਸਿੱਧੀ ਵੋਟਾਂ ਖਰੀਦਣ ਵਾਲੀ ਗੱਲ ਆ। ਮੈਂ 12,000 ਰੁਪਏ ਪਰ ਔਰਤ ਜਿਹੜੀ 18 ਸਾਲ ਤੋਂ ਉੱਪਰ ਦੀ ਆ ਪੰਜਾਬ ਦੀ ਸਿੱਧੀ ਬਰਾਈਬ। ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਕੁਛ ਨਹੀਂ ਕਰਦਾ ਇਹਨਾਂ ਗੱਲਾਂ ਦੇ ਉੱਤੇ ਵੀ ਤੁਹਾਨੂੰ ਅੰਨੇ ਆ, ਤੁਹਾਨੂੰ ਦਿਖਦਾ ਨਹੀਂ ਹੈ ਇਸ ਗੱਲ ਦਾ ਵੀ ਆਹ ਜਿਹੜਾ ਸਰਕਾਰੀ ਖਜ਼ਾਨੇ 'ਚੋਂ ਕਿਸੇ ਨੂੰ ਵੱਡੀ ਦਿੱਤੀ ਹੈ ਵਿਕਾਸ ਆ। ਚਲੋ ਕਮਿਸ਼ਨ ਤੇ ਪਾਰਲੀਮੈਂਟ ਦੇ ਉਹਦੀ ਕੋਈ ਗੱਲ ਨਹੀਂ ਚੱਲ ਰਹੀ ਹੁਣ ਅਜੇ ਤੱਕ। ਖੈਰ ਉਹ ਤੇ ਚੱਲਣੀ ਵੀ ਨਹੀਂ ਕਿਉਂਕਿ ਪੈਸਾ ਖਾਸੀ ਦੇਣਾ ਪੈਣਾ। ਉਹ ਹੋਣਾ ਇੰਝ ਹੀ ਆ ਕਿ ਦੇਖੋ ਜੀ ਜਿਵੇਂ ਦਿੱਲੀ 'ਚ ਕਹਿ ਦਿੱਤਾ ਬਿਜਲੀ ਵਾਲਾ, ਹੁਣ ਦਿੱਲੀ ਮਾਡਲ ਲਿਆਉਣ, ਦਿੱਲੀ 'ਚ ਕਹਿ ਦਿੱਤਾ ਕਿ ਵੀ ਜਿਹਨੂੰ ਲੋੜ ਆ 200 ਦੀ ਫ੍ਰੀ ਦੀ ਉਹ ਸਾਨੂੰ ਲੈ ਕੇ ਦਿਓ। ਕਈਆਂ ਨੇ ਨਹੀਂ ਲੈ ਕੇ ਦੇਣਾ। ਮਤਲਬ ਜਿਹੜੇ ਬੰਦੇ ਵਾਕਈ ਖਾਂਦੇ ਪੀਂਦੇ ਕਾਰਪੋਰੇਟ ਹੋਰ MLA MP ਉਹਨਾਂ ਨੂੰ ਤੇ ਅੱਧੇ ਪਚੱਧੇ ਦੇਈ ਜਾਣਗੇ, ਜਿਹੜੇ ਗਰੀਬ ਆ ਉਹਨੂੰ ਉਹ ਤੇ ਵਿਚਾਰੇ ਕਹਿਣਗੇ। ਇੱਥੇ ਵੀ ਇਹੋ ਹੀ ਹੋਊਗਾ ਬਈ ਜਿਹਨੂੰ 1000 ਰੁਪਈਆ ਦੀ ਲੋੜ ਆ ਉਹਨੂੰ ਉਹ ਦੱਸੋ, ਬਾਕੀ ਦੇ ਆਂਦੇ ਤੋਂ ਕੀ ਕਰਨਾ। ਹੁਣ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਥੋੜ੍ਹੀ 1000 ਰੁਪਈਆ ਦੇਣਾ ਤੇ ਵੈਸੇ ਵੇਚਦੀ। ਇਹੋ ਜਿਹਾ ਕੰਮ ਉਹੋ ਜਿਹਾ ਦਿੱਲੀ ਮਾਡਲ ਇੱਥੇ ਆਊਗਾ। ਜਿਹੜਾ ਬਿਜਲੀ ਵਾਲਾ ਸੀ, ਜਿਸ ਤਰ੍ਹਾਂ ਮੁੱਦਿਆਂ ਦੀ ਜੇ ਗੱਲ ਕਰੀਏ, ਉਹ ਬਿਜਲੀ ਹੈ ਹੀ ਨਹੀਂ ਤੇ ਦੇਣੀ ਕੀ ਹੈ? ਕੀ ਗੰਜੇ ਨੇ ਨਹਾਉਣਾ, ਕੀ ਨਹੀਂ ਛੋੜਨਾ। ਜੇ ਬਿਜਲੀ ਹੋਊਗੀ ਉਹ ਮਹਿੰਗੀ ਸਸਤੀ ਫ੍ਰੀ ਵਾਲੀ ਤੇ ਗੱਲ ਬਾਅਦ ਦੀ ਆ। ਤੁਸੀਂ ਜ਼ਿਕਰ ਕੀਤਾ ਕਿ ਪਟਾਕਾ ਪੈਣ ਵਾਲਾ, ਉਹ ਕਿਹੜਾ ਪਟਾਕਾ ਕਿਹੜਾ ਪੈਣਾ? ਤੁਹਾਨੂੰ ਇੰਤਜ਼ਾਰ ਪਟਾਕੇ ਦਾ? ਮੈਨੂੰ ਇੰਝ ਲੱਗਦਾ ਕਿ ਜਿੰਨਾ ਮਰਜ਼ੀ ਤੁਸੀਂ ਭਗਵੰਤ ਮਾਨ ਦੇ ਬਾਰੇ ਸੋਚੀਏ ਕਿ ਉਹ, ਮੈਂ ਵੀ ਕਹਿ ਰਿਹਾ ਰਬੜ ਸਟੈਂਪ ਆ ਫਲਾਨਾ ਉਹ ਥੱਲੇ ਲੱਗਾ, ਅਸੀਂ ਤੇ ਕਹਾਂਗੇ ਹੀ ਕਿਉਂਕਿ ਜੇ ਬੋਲੂਗਾ ਨਹੀਂ ਤੇ ਅਸੀਂ ਤੇ ਉਹਨੂੰ ਕਹਾਂਗੇ ਕਿ ਤਗੜਾ ਹੋ, ਬੱਗਾ ਸ਼ੇਰ ਬਣ, ਹੋਏ ਤੈਨੂੰ ਕੀ ਹੋ ਗਿਆ, ਤੂੰ ਬੱਕਰੀ ਬਣ ਗਿਆ, ਤੂੰ ਬਿੱਲੀ ਬਣ ਗਿਆ। ਅਸੀਂ ਇਸ ਤਰੀਕੇ ਨਾਲ ਦਿੱਲੀ ਵਾਲਾ ਬੱਗਾ ਬੜ ਸ਼ੇਰ ਬਣ ਨਹੀਂ ਉਹ ਨਹੀਂ। ਚਲੋ ਉਹ ਤੇ ਬੜਾ ਬਾਗੜ ਵੇਲਾ ਅਲੱਗ ਕਿਸਮ ਦਾ। ਤੇ ਇਹ ਜਿਹੜਾ ਸ਼ੇਰ ਬਣ, ਕਿਉਂਕਿ ਚੀਫ ਮਿਨਿਸਟਰ ਤੋਂ ਵੱਧ ਆਊਗਾ ਪੰਜਾਬ ਦੇ ਸਰਕਾਰ ਦੇ ਵਿੱਚ ਕਿਹੜਾ ਹੈ ਮੈਨੂੰ ਇਹ ਦੱਸੋ। ਹੋਰ ਤੂੰ ਫੁੱਲ ਫਲੈਜਡ 92 MLA ਦਾ ਸਰਦਾਰ ਆ ਔਰ ਤੂੰ ਸਰਦਾਰੀ ਚਲਾ। ਤੂੰ ਹੀ ਬਾਰ-ਬਾਰ ਜਾ ਕੇ ਦਿੱਲੀ ਦੀਆਂ ਉੱਥੇ ਕਿਉਂ ਡੰਡੌਤ ਬੰਦਨਾ ਕਰੀ ਜਾਂਦੇ ਆ? ਉੱਥੋਂ ਕਿਉਂ ਸਰਕਾਰ ਚੱਲ ਰਹੀ ਆ? ਪੰਜਾਬ ਤੋਂ ਚੱਲੇ। ਤੁਸੀਂ ਕਹਿੰਦੇ ਕਿ ਤੁਹਾਡੇ ਕੋਲ ਕੀ ਪ੍ਰੂਫ? ਮੈਂ ਹੁਣ ਫਿਰ ਕਹਿਣਾ, ਪੰਜਾਬ ਪੁਲਿਸ ਗਈ ਹੈ, ਹੋਮ ਮਿਨਿਸਟਰੀ ਇਹਦੇ ਕੋਲ ਆ, ਚੀਫ ਮਿਨਿਸਟਰ ਕੋਲ, ਭਗਵੰਤ ਮਾਨ ਕੋਲ। ਇਹਦਾ ਬਿਆਨ ਕਿਉਂ ਨਹੀਂ ਆ ਰਿਹਾ? ਸਾਫ਼ ਨਜ਼ਰ ਆ ਵੀ ਉਹ ਜਿੱਥੋਂ ਮੈਨੂੰ ਸ਼ੱਕ ਲੱਗ ਰਿਹਾ, ਹੁਣ ਮੈਨੂੰ ਸਾਫ਼ ਗੱਲ ਇਹ ਲੱਗ ਰਹੀ ਹੈ ਕਿ ਇਹ ਕਿਸੇ ਨਾ ਕਿਸੇ ਨੂੰ ਪਟਾਕਾ ਇਸ ਗੱਲ ਦਾ ਪੈਣਾ ਵੀ ਚੰਗਾ ਦਿੱਲੀਏ ਤੂੰ ਜਾ ਜਿੱਧਰ ਜਾਣਾ, ਮੇਰੇ ਕੋਲ ਸਰਦਾਰੀ ਹੈਗੀ ਆ। 4 ਦਿਨ ਚੱਲੇ ਜਾਂ 40 ਦਿਨ ਚੱਲੇ ਜਾਂ 40 ਮਹੀਨੇ ਚੱਲੇ, ਮੈਨੂੰ ਨਹੀਂ ਪਰਵਾਹ, ਮੈਂ ਆਪਣੀ ਮਰਜ਼ੀ ਨਾਲ ਕਰੂੰਗਾ। ਇਹ ਪਟਾਕਾ ਪਊਗਾ। ਤੁਹਾਡਾ ਰਹਿਦਾ ਕਿ ਤੁਸੀਂ ਇਹ ਸੋਚ ਕੇ ਬੈਠੇ ਜਾਂ ਮਹਿਸੂਸ ਕਰ ਰਹੇ ਹੋ ਹਰਕਤਾਂ ਤੋਂ ਸਰਕਾਰ ਦੀਆਂ ਕਿ ਇੱਕ ਆਮ ਆਦਮੀ ਪਾਰਟੀ ਕੇਜਰੀਵਾਲ, ਇੱਕ ਆਮ ਆਦਮੀ ਪਾਰਟੀ ਭਗਵੰਤ ਮਾਨ ਹੋਊਗੀ ਜਾਂ ਆਮ ਆਦਮੀ ਪਾਰਟੀ ਪੰਜਾਬ ਹੋਊਗੀ? ਆਮ ਆਦਮੀ ਕੱਢੇ ਦਿਓ ਵਿੱਚੋਂ। ਇਹ ਹੈਗੀ ਕੇਜਰੀਵਾਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ, ਇਲੈਕਸ਼ਨਾਂ ਜਿੱਤਣ ਵਾਲੀ ਕੰਪਨੀ। ਮੈਨੂੰ ਦੱਸੋ ਇਹ ਪੀਕੇ ਹੈ? ਪੀਕੇ ਦਾ ਰਿਫਾਈਨਡ ਵਰਸ਼ਨ ਹੈ। ਪੀਕੇ ਤੇ ਖੇਲ ਹੀ ਕੰਮ ਕਰਦਾ। ਹੁਣ ਪਾਰਟੀ ਸ਼ਾਇਦ ਬਣਾਊਗਾ, ਚੱਲਿਆ ਯਾਤਰਾ ਕਰਨ ਉਹ ਵੀ। ਤਾਂ ਇਹਨੇ ਤੇ ਸਿੱਧੀ ਮਤਲਬ ਉਸ ਤਰਜ਼ ਤੇ ਆ। ਮੈਨੂੰ ਦੱਸੋ ਇਹਦੀ ਪਾਰਟੀ ਦਾ ਪ੍ਰੋਗਰਾਮ ਕੀ ਹੈ? ਮੈਨੂੰ ਦੱਸੋ ਪਾਰਟੀ ਦਾ, ਕਿ ਤੁਹਾਨੂੰ ਪਤਾ ਇੱਕ ਲਾਈਨ ਵੀ ਕੁਝ ਕਦੀ ਸੁਣਿਆ, ਕਦੀ ਦੇਖਿਆ? ਗੱਲ ਹੀ ਨਹੀਂ ਕਰੂਗਾ, ਹੈ ਹੀ ਨਹੀਂ। ਕਿਹੜਾ ਪ੍ਰੋਗਰਾਮ ਹੈ ਪਾਰਟੀ ਦਾ? ਫਿਰ ਵੀ 3 ਵਾਰ ਨਹੀਂ ਉਹ ਸਰਕਾਰ ਬਣਾ ਜਾਣਾ। ਇੰਜ ਤੇ ਹੁਣ ਅੰਗਰੇਜ਼ ਸਾਰੀ ਦੁਨੀਆ 'ਚ ਰਾਜ ਕਰਕੇ ਉਹ ਠੀਕ ਕਰ ਗਏ। ਅੱਛਾ ਸੀਗਾ ਜੇ ਸਾਰੀ ਦੁਨੀਆ 'ਚ ਕਰ ਗਏ ਤੇ ਮਾੜੀ ਚੀਜ਼ ਤੇ ਮਾੜੀ ਆ, ਭਾਵੇਂ ਜਿੱਡਾ ਮਰਜ਼ੀ ਕੋਈ ਤਗੜਾ ਹੋਏ। ਹਿਟਲਰ ਸੀਗਾ, ਉਹਨੂੰ ਚੰਗਾ ਕਹੋਗੇ ਕਿ ਉਹਨੇ ਇੰਨੀ ਦੁਨੀਆ 'ਚ ਰਾਜ ਕਰ ਗਿਆ ਜੀ, ਇੰਨੀ ਦੁਨੀਆ ਦੇ ਕਰੋੜਾਂ ਬੰਦੇ ਮਾਰ ਕੇ ਚਲਾ ਗਿਆ? ਆਪਾਂ ਉਹਨਾਂ ਨੂੰ ਬੁਰੀ ਲਾਈਟ ਦੇ ਵਿੱਚ ਹੀ, ਤੇ ਜਿਨ੍ਹਾਂ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਉਹਨਾਂ ਨੂੰ ਫਿਰ ਵੀ ਅਸੀਂ ਸਿਰ ਦਾ ਤਾਜ ਬਣਾ ਕੇ ਦੇਖਾਂਗੇ, ਭਾਵੇਂ ਉਹ ਕ੍ਰਾਈਸਟ ਹੋਵੇ, ਭਾਵੇਂ ਗੁਰੂ ਨਾਨਕ ਦੇਵ ਜੀ ਹੋਣ, ਭਾਵੇਂ ਕੁਛ ਹੋਣ। ਜਿਹੜੇ ਸਧਾਰਨ ਬੰਦੇ ਸੀ ਉਹ ਇਤਿਹਾਸ ਬਣਾ। ਭਗਵੰਤ ਮਾਨ ਦੇ ਹੱਥ ਬੰਨੇ ਗਏ ਆ, ਹੱਥ ਕੀ ਪੈਰ ਵੀ ਬੰਨੇ ਆ, ਹਾਲ ਤੇ ਮੂੰਹ ਵੀ ਬੰਨਿਆ ਪਿਆ। ਮੈਂ ਤੇ ਕਹਿੰਦਾ ਸਾਰਾ ਹੀ ਬੰਨਿਆ ਪਿਆ। ਹੱਥ ਕਾ ਤੁਸੀਂ ਮੈਨੂੰ ਦੱਸੋ, ਹੱਥ ਦੀ ਬਾਤ ਦੀ ਗੱਲ ਹੈ ਵੀ ਘੱਟੋ ਘੱਟ ਮੂੰਹ ਗੂੰਗਾ ਆ ਵੀ ਉਹ ਕਹਿ ਨਹੀਂ ਸਕਦਾ, ਬਿਆਨ ਨਹੀਂ ਦੇ ਸਕਦਾ। ਉਹ ਇੱਕ ਹੋਰ ਕੰਮ ਸ਼ੁਰੂ ਕੀਤਾ, ਉਹਨੂੰ ਡਰਾ ਹੀ ਨਾ ਦਿੱਤਾ ਕਿ ਤੂੰ ਬਈ ਮੀਡੀਆ 'ਚ ਨਹੀਂ ਜਾਣਾ। ਕਿਹਨੇ? ਉਹਨੇ ਆਪ ਥੋੜ੍ਹੀ, ਕਿਹੜਾ ਨਹੀਂ ਚੀਫ ਮਿਨਿਸਟਰ ਮੀਡੀਆ 'ਚ ਜਾਣਾ ਚਾਹੁੰਦਾ। ਉਹ ਮੋਦੀ ਵਾਂਗੂ ਕਹਿੰਦੇ ਪਿੱਛੋਂ ਹੀ ਬੈਠ ਕੇ ਆਪਣੀ ਸਟੇਟਮੈਂਟ ਦੇ ਕੇ ਤੇ ਬਾਹਰ ਚਲੇ ਜਾਇਆ ਕਰੂਗਾ। ਤੇ ਆਪੇ ਜਿੰਨੇ ਲਾਉਣੀ ਲਾਵੇ, ਜਿੰਨੇ ਨਹੀਂ ਲਾਉਣੀ ਨਾ ਲਾਵੇ। ਮੀਡੀਆ ਨੂੰ ਮੁਖਾਤਬ ਹੋਣ ਤੋਂ ਉਹ ਕੰਨੀ ਕਤਰਾਉਣ ਲੱਗ ਪਿਆ। ਉਹ ਕਿਹਾ ਹੋਣਾ ਕਿ ਤੇਰਾ ਕਈ ਵਾਰੀ ਮੂਡ ਜਰਾ ਜ਼ਿਆਦਾ ਹੁੰਦਾ ਆ ਤੇ ਇਸ ਕਰਕੇ ਤੂੰ ਨਾ ਬਾਰ-ਬਾਰ ਮੀਡੀਆ ਦੇ ਐਵੇਂ ਹੋਰ ਕੁਛ ਨਾ ਕੰਮ ਪਟਾਕੇ ਪੈ ਜਾਣ। ਅਜੇ ਮੈਂ ਕਈਆਂ ਤੇ ਕੇਸ ਹੋਰ ਕਰਾਉਣੇ ਆ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਤੁਸੀਂ ਅੱਜ ਨੋਟ ਕੀਤਾ ਹੋਣਾ 6 ਕੇਸ ਸ਼ਾਇਦ ਕੋਈ ਕਹਿ ਰਹੇ ਆ ਕਿ ਜਿਹੜੇ ਬਾਹਰਲੇ ਬੰਦਿਆਂ ਤੇ ਦਰਜ ਆ। ਕੋਰਟ ਦੇ ਵਿੱਚ ਜਾ ਕੇ AG ਨੇ ਕਹਿਤਾ ਕਿ 10 ਤਰੀਕ ਤੱਕ ਅਸੀਂ ਕੋਈ ਇਹੋ ਜਿਹਾ ਐਕਸ਼ਨ ਨਹੀਂ ਕਰ ਰਹੇ। ਇਹ ਕਿੱਥੋਂ ਇੰਸਟਰਕਸ਼ਨ ਆਈ? ਕਿਹਨੇ ਦਿੱਤੀ? ਪੰਜਾਬ ਸਰਕਾਰ ਨੇ ਦਿੱਤੀ। AG ਨੇ ਜਨਰਲ, ਹਾਂ AG ਨੇ ਤੇ ਪੰਜਾਬ ਦਾ ਦਿੱਤਾ ਹੋਊਗਾ ਨਾ, ਅਨਮੋਲ ਰਤਨ ਨੇ ਨਾ, ਵੀ ਅਸੀਂ 10 ਤਰੀਕ ਤੱਕ
10 ਮਈ ਤੱਕ ਕੋਈ ਸਾਡੀ ਪੁਲਿਸ ਬਾਹਰ ਐਕਸ਼ਨ ਨਹੀਂ ਕਰਨ ਜਾਊਗੀ, ਭਾਵੇਂ ਕੇਸ ਹੈਗੇ। ਇੱਕ ਪਾਸੇ ਵਾਰੰਟ ਵੀ ਜਾਰੀ ਕਰਤੇ ਆ। ਇਹਦਾ ਮਤਲਬ ਕੀ ਹੈ ਕਿ ਦੋ ਕਮਾਂਡਾਂ ਚੱਲ ਰਹੀਆਂ। ਕੇਜਰੀਵਾਲ ਇਹ ਕਹਿ ਰਿਹਾ ਆ ਕਿ ਚੱਕੋ ਫੱਟੇ ਓਏ ਮੇਰੇ ਕਹਿਣ ਤੇ ਤੁਸੀਂ ਮੇਰੇ ਕਰਕੇ ਇੱਥੇ ਬੈਠੇ ਆ 92 ਦੇ 92, ਮੇਰਾ ਨਾਮ ਵਰਤ ਕੇ ਤੁਸੀਂ ਮੇਰੇ ਬੰਦੇ ਆ ਤੇ ਮੇਰੀ ਸਰਦਾਰੀ ਇੱਥੇ ਚੱਲੂਗੀ। ਤੇ ਜੇ ਉਧਰੋਂ ਭਗਵੰਤ ਮਾਨ ਕਹਿੰਦਾ ਸਾਡੇ ਕੋਲ ਵੀ ਬੇਇੱਜ਼ਤੀ ਤੇ ਸਹੀ ਨਹੀਂ ਜਾਂਦੀ, ਆ ਜੋ ਕੱਚੀ ਕੀਤੀ ਸਾਰੇ ਦੇਸ਼ ਦੇ ਵਿੱਚ, ਇਹ ਪੰਜਾਬ ਦੀ ਪੁਲਿਸ ਨੂੰ ਇਹਨੂੰ ਮੰਨੋਗੇ? ਸਾਡੇ ਪੁਲਿਸ ਦੇ ਬੰਦਿਆਂ ਦੇ ਹੌਸਲੇ ਪਸਤ ਹੋ ਰਹੇ ਆ, ਸਾਡੀ ਉਹੀ ਤੋਏ ਤੋਏ ਹੋ ਰਹੀ ਹੈ। ਉਹ ਮੈਨੂੰ ਲੱਗਦਾ ਕਿ ਉਹਦੇ 'ਚ ਹੋ ਸਕਦਾ ਭਗਵੰਤ ਮਾਨ ਨੇ ਕਿਹਾ ਇਹ ਜੀ ਨੂੰ ਪਈ ਨਹੀਂ ਕੁਛ ਨਹੀਂ, ਅਸੀਂ ਕਿਤੇ ਨਹੀਂ ਜਾਣਾ, ਅਸੀਂ ਬਾਅਦ 'ਚ ਦੇਖਾਂਗੇ। ਇਹ ਇੱਕ ਇੰਡੀਕੇਸ਼ਨ ਆ, ਅਰਲੀ ਇੰਡੀਕੇਸ਼ਨ ਆ। ਮੈਂ ਉਹਦੇ ਤੋਂ ਇਹ ਅੰਦਾਜ਼ਾ ਲਾ ਰਿਹਾ ਵੀ ਕਿਰਕਰੀ ਹੋ ਗਈ ਨਾ, ਇਸ ਕਰਕੇ ਹੋ ਗਿਆ ਨਾ ਵੀ ਚਲੋ। ਉਹ ਇੱਕ ਫਿਲਮ 'ਚ ਬੜਾ ਵਧੀਆ ਡਾਇਲਾਗ ਹੁੰਦਾ ਕਿ ਕਹਿੰਦੇ ਸ਼ਰਮਿੰਦਿਆਂ ਦੀ ਡੁੱਲ ਗਈ ਦਾਲ, ਕਹਿੰਦੇ ਭੁੰਜੇ ਬਹਿ ਕੇ ਖਾਂਦੇ ਹੈਗੇ। ਨਹੀਂ ਉਹ ਤੇ ਠੀਕ ਹੈਗੀ ਹੈ, ਉਹਦੇ ਵੀ ਕਹਿੰਦੇ ਫਲਾਣੇ ਦੇ ਪਿੱਠ ਤੇ ਪਿੱਪਲ ਉੱਗ ਗਿਆ, ਕਹਿੰਦੇ ਅਸੀਂ ਤੇ ਛਾਵੇਂ ਬਵਾਂਗੇ। ਉਹੀ ਗੱਲ ਆ, ਉਹ ਤੇ ਗੱਲ ਠੀਕ ਹੈ, ਬੇਸ਼ਰਮੀ ਦੀ ਜਿਹੜੀ ਗੱਲ ਨਾ। ਹੁਣ ਇੱਦਾਂ ਆ, ਇਹ ਦੋ ਜਗ੍ਹਾ ਤੋਂ ਪੰਜਾਬ ਨਹੀਂ ਚੱਲ ਸਕਦਾ। ਪੰਜਾਬ ਤੇ ਚੰਡੀਗੜ੍ਹੋਂ ਚੱਲੂਗਾ, ਅੰਮ੍ਰਿਤਸਰੋਂ ਚੱਲ ਸਕਦਾ, ਹੋਰ ਕਿਤੇੋਂ ਵੀ ਚੱਲ ਸਕਦਾ। ਪੰਜਾਬ ਉੱਥੋਂ ਨਹੀਂ ਚੱਲ ਸਕਦਾ, ਦਿੱਲੀੋਂ। ਔਰ ਇਹ ਕੇਜਰੀਵਾਲ ਨੂੰ ਬੜਾ ਭੁਲੇਖਾ ਹੈਗਾ, ਮੈਂ ਤੁਹਾਨੂੰ ਸਾਫ਼ ਦੱਸ ਦਿਆਂ ਕਿ ਸ਼ਾਇਦ ਉਹਦਾ ਨਾਂ ਤੇ ਚੱਲ ਗਿਆ। ਲੋਕਾਂ ਨੇ ਵੋਟਾਂ ਆਪਣੇ ਆਪ ਨੂੰ ਪਾਈਆਂ, ਆਪਣੀ ਆਪ ਦੀ ਸਰਕਾਰ ਬਣਾਈ ਹੈ ਲੋਕਾਂ ਨੇ, ਆਪਣੇ ਮਨ ਦੇ ਲੋਕ ਚੁਣ ਕੇ, ਦੂਜਿਆਂ ਦੇ ਵਿਰੁੱਧ, ਰਵਾਇਤੀ ਪਾਰਟੀਆਂ ਦੇ ਵਿਰੁੱਧ। ਇਹ ਸਮਝਦਾ ਕਿ ਮੇਰੇ ਨਾਂ ਨੂੰ ਵੋਟਾਂ ਪਈਆਂ। ਇਹਨੂੰ ਬਹੁਤ ਭੁਲੇਖਾ ਇੱਥੇ। ਜੇ ਇਹ ਜਿਸ ਤਰ੍ਹਾਂ ਹੁਣ ਕਾਰਿਆਂ ਤੇ ਚੱਲਿਆ, ਇੱਥੇ ਆ ਸ਼ੰਭੂ ਬਾਰਡਰ ਆ ਆਪਣਾ, ਨੰਗਣ ਨਹੀਂ ਦੇਣਾ ਪੰਜਾਬੀਆਂ ਨੇ ਇੱਥੇ, ਕੇਜਰੀਵਾਲ ਸਮਝ ਲਏ। ਔਰ ਇਸ ਗੱਲ ਦਾ ਭਗਵੰਤ ਮਾਨ ਨੂੰ ਔਰ ਸਾਡੇ ਸਾਰੇ ਪੰਜਾਬੀਆਂ 92 MLA ਨੂੰ ਪੱਕਾ ਪਤਾ ਹੈ ਇਸ ਗੱਲ ਦਾ ਕਿ ਅੱਗੇ ਇਹ ਨਵੀਂ ਗੱਲ ਥੋੜ੍ਹੀ ਹੈ। ਖੈਰੇ ਨੇ ਪਟਾਕਾ ਪਾਇਆ ਨਹੀਂ ਸੀ, ਉਹ ਗੱਲ ਠੀਕ ਹੈ ਕਿ ਉਹ ਜਿਸ ਤਰ੍ਹਾਂ ਸਾਡਾ ਗਦਰ ਵੀ ਤੇ 1857 ਵਾਲਾ ਵੀ ਫੇਲ ਹੋ ਗਏ, ਕਿਉਂਕਿ ਪਲੈਨਿੰਗ ਫੇਲ ਹੋ ਗਈ, ਉਹਦੀ ਵੀ ਪਲੈਨਿੰਗ ਫੇਲ ਹੋ ਗਈ। ਤੇ ਉਹ ਠੀਕ ਹੈ ਵੀ ਉਹ ਸਿਰੇ ਨਹੀਂ ਲੱਗੀ ਗੱਲ, ਪਰ ਕੂਹ ਸੀਗਾ, ਉਹ ਵੀ ਇੱਕ ਕਿਸਮ ਦਾ ਰਾਜ ਪਲਟਾ ਸੀਗਾ ਇਹਦਾ, ਕੇਜਰੀਵਾਲ ਦਾ। ਇਹ ਖੈਰੇ ਨੇ ਕੋਸ਼ਿਸ਼ ਕੀਤੀ। ਹੁਣ ਵੀ ਉਹ ਪੂਰੇ ਜਿਹੜੇ ਬੀਜ ਆ ਅੰਦਰ ਹੈਗੇ ਆ, ਔਰ ਉਹ ਬੀਜ ਦੇ ਪਨਪਣ ਦਾ ਵੀ ਪੂਰੇ ਦਾ ਪੂਰਾ ਮਾਹੌਲ ਹੈਗਾ। ਉਹਨਾਂ ਨੇ ਦੇਖੋ ਕਰਤਾ, ਉਹ ਲੈ ਗਏ ਇੱਕ MLA ਉਹਨੂੰ CBI। ਮੈਂ ਉਸੇ ਹੀ ਆਉਣ ਲੱਗਾ ਸੀ, ਉੱਥੇ ਹੀ ਆਉਣ ਲੱਗਾ ਸੀ ਕਿ ਜਿਸ ਤਰ੍ਹਾਂ ਉਹਨਾਂ ਦਾ ਤਜਿੰਦਰਪਾਲ ਬੱਗਾ ਫੜ ਲਿਆ, ਉਹ MLA ਵੀ ਕਾਬੂ ਆ ਗਿਆ। ਤੈਨੂੰ ਲੱਗਦਾ ਹੈ ਕਿ ਵਾਰੀ ਦਾ ਵੱਟਾ ਕਿ ਜੇ ਤੁਸੀਂ ਜੇ ਭਾਜੀ 25 ਤੇ ਅਸੀਂ 31 ਮੋੜਾਂਗੇ, ਜੇ 31 ਤੇ ਅਸੀਂ 51 ਮੋੜਾਂਗੇ? ਦੇਖੋ ਇਹ ਜਿਹੜੀ ਪੋਲੀਟਿਕਸ ਆ, ਚੰਗੇ ਹੈਲਦੀ ਮੀਡੀਏ ਨੂੰ, ਜਿਹੜੇ ਚੰਗੇ ਸਿਆਣੇ ਜਰਨਲਿਸਟ, ਜਿਹੜੇ ਵੀ ਪੱਤਰਕਾਰ ਹੈਗੇ ਆ, ਉਹਨਾਂ ਨੂੰ ਇਹਦੀ ਭਰਸਨਾ ਕਰਨੀ ਚਾਹੀਦੀ ਆ, ਇਹਦੇ ਤੋਂ ਦੂਰ ਰਹਿਣਾ ਚਾਹੀਦਾ, ਇਹਦੇ 'ਚ ਹਿੱਸੇਦਾਰ ਭਾਗੀਦਾਰ ਨਹੀਂ ਹੋਣਾ ਚਾਹੀਦਾ। ਕਾਰਨ ਮੈਂ ਦੱਸਦਾ, ਇੱਕ ਤੇ ਲੋਕ ਬਾਹਰ ਹੋ ਰਹੇ ਆ ਇਸ ਜੀ ਬਹਿਸ ਤੋਂ, ਦੂਜਾ ਲੋਕਾਂ ਦੇ ਮੁੱਦੇ ਬਾਹਰ ਹੋ ਰਹੇ ਆ, ਤੀਜਾ ਬਾਕੀ ਪਾਰਟੀਆਂ ਵੀ ਬਾਹਰ ਜਾ ਰਹੀਆਂ ਨੇ। ਕੇਜਰੀਵਾਲ ਨੂੰ ਕੀ ਨੁਕਸਾਨ ਹੈ ਇਹਦੇ 'ਚ ਵੀ? ਠੀਕ ਆ, ਪੰਜਾਬ ਦੀ ਪੁਲਿਸ ਦੀ ਜਿਹੜੀ ਕਿਰਕਰੀ ਹੋਈ ਉਹਦਾ ਤੇ ਨਾਂ ਚਮਕ ਰਿਹਾ। ਉਹ ਕੇਜਰੀਵਾਲ ਵਰਸਸ ਪ੍ਰਧਾਨ ਮੰਤਰੀ, ਇੱਕ ਪਾਸੇ ਪ੍ਰਧਾਨ ਮੰਤਰੀ ਜਾਂ BJP ਜਾਂ ਅਮਿਤ ਸ਼ਾਹ, ਦੂਜੇ ਪਾਸੇ ਕੇਜਰੀਵਾਲ, ਉਹਦਾ ਨਾਂ ਤੇ ਤਾਂ ਚੱਕਿਆ ਜਾ ਰਿਹਾ। ਇਸੇ ਤਰ੍ਹਾਂ ਬੱਗੇ ਦਾ ਵੀ ਤਾਂ ਚੱਕਿਆ ਗਿਆ, ਇੱਕ ਪਾਸੇ ਭਗਵੰਤ, ਦੂਜੇ ਪਾਸੇ ਬੱਗਾ। ਬਿਲਕੁਲ ਉਹੀ ਹੋ ਗਿਆ ਨਾ, ਜਿਹਨੂੰ ਕੋਈ ਜਾਣਦਾ ਵੀ ਨਹੀਂ ਸੀ, ਕੱਲਾ ਇੱਥੇ ਬੱਗਾ ਹੋ ਗਈ ਹੈ। ਉਹ ਲੀਡਰ ਬਣ ਗਿਆ, ਹੀਰੋ ਬਣ ਗਿਆ। ਕਹਿਣ ਦਾ ਮੇਰਾ ਮਤਲਬ ਇਸ ਪੋਲੀਟਿਕਸ ਨੂੰ ਭਾਵੇਂ CBI, ED ਜਾਂ IB ਜਾਂ ਇਹ ਜਿਹੜੀ ਜਿੰਨੀ ਪੋਲੀਟਿਕਸ ਖੇਲੀ ਜਾ ਰਹੀ ਆ, ਉਹ ਦਿੱਲੀ ਤੋਂ ਵੀ ਖੇਲੀ ਜਾ ਰਹੀ ਆ, ਔਰ ਕੇਜਰੀਵਾਲ ਨੇ ਵੀ ਉਸੇ ਰਸਤੇ ਤੇ ਚੱਲਣਾ ਸ਼ੁਰੂ ਕਰਤਾ। ਇਸ ਨੂੰ ਡਿਸਕਰੇਜ ਕਰਨਾ ਚਾਹੀਦਾ, ਇਹਦੀ ਭਰਸਨਾ ਹੋਣੀ ਚਾਹੀਦੀ ਹੈ ਤਾਂ ਕਿ ਮੁੱਦਿਆਂ ਤੇ ਜਿਹੜੀਆਂ ਸਰਕਾਰਾਂ ਰਹਿਣ। ਤੁਹਾਨੂੰ BJP ਔਰ ਆਮ ਆਦਮੀ ਪਾਰਟੀ 'ਚ ਕੋਈ ਫਰਕ ਨਹੀਂ? ਮੈਨੂੰ ਤਾਂ ਲੱਗਦਾ ਜੁੜਵੇਂ ਹੀ ਭੈਣਾਂ ਕਹਿ ਲਓ ਜਾਂ ਭਰਾ ਕਹਿ ਲਓ। ਕਿਉਂ ਸਾਰੇ ਜਿਹੜੇ ਉਹਨਾਂ ਦੇ, ਫਿਰ ਤੁਸੀਂ ਕਹੋਗੇ ਤੁਹਾਡੇ ਕੋਲ ਕੀ ਸਬੂਤ ਹੈ? ਸਬੂਤ ਇਹ ਹੈ ਕਿ ਤਿਰੰਗੇ ਮਾਰਚ BJP ਨੇ ਹਰਿਆਣੇ 'ਚ ਕੀਤਾ। BJP ਨੇ ਤਿਰੰਗਾ ਮਾਰਚ, ਜਦੋਂ ਕਿਸਾਨ ਉਹਨਾਂ ਨੂੰ ਆਪਣਾ ਕੋਈ ਵੀ ਜਲਸਾ ਜਲੂਸ ਨਹੀਂ ਸੀ ਕਰਨ ਦੇ BJP ਨੂੰ, ਤੇ ਉਹਨਾਂ ਨੇ ਕਿਹਾ ਵੀ ਯਾਰ ਇੰਜ ਕੰਮ ਕਰੋ, ਹੱਥ 'ਚ ਤਿਰੰਗਾ ਫੜ ਲਓ, ਉਹਦੀ ਤੇ ਸ਼ਰਮ ਕਰਨਗੇ, ਸਾਡਾ ਮਾਰਚ ਹੋ ਜਾਊਗਾ, ਸਾਡਾ ਨਾਂ ਹੋ ਜਾਊਗਾ। ਇਹਨੇ 3 ਜਗ੍ਹਾ ਤੇ ਇੱਥੇ ਤਿਰੰਗਾ ਮਾਰਚ ਕੀਤਾ ਉਸੇ ਤਰੀਕੇ ਨਾਲ। ਇੱਥੇ ਮੈਨੂੰ ਦੱਸੋ ਤਾਂ ਕਿਹੜੀ ਟੈਰਰਿਜ਼ਮ ਦੀ, ਕਿਹੜੀ ਸੈਪਰੇਟਿਸਟ ਮੂਵਮੈਂਟ ਚੱਲੀ ਹੋਈ ਸੀ ਇਹਨੇ ਤਿਰੰਗਾ ਮਾਰਚ ਕੀਤਾ? ਦਿੱਲੀ ਦੰਗੇ ਉੱਥੇ ਕੀਤਾ ਨਹੀਂ, ਉੱਥੇ ਕੁਛ ਨਹੀਂ ਕੀਤਾ, ਜਹਾਂਗੀਰਪੁਰੀ ਕੁਛ ਨਹੀਂ ਕੀਤਾ, ਹੋਰ ਕੁਛ ਨਹੀਂ ਕਰਨਾ। ਧਾਰਾ 370 ਨੂੰ ਹਟਾਉਣ ਦੇ ਵਿੱਚ ਸਪੋਰਟ ਕਰਨੀ BJP ਨੂੰ। ਸਾਰੇ ਦਾ ਸਾਰਾ ਰਾਈਟਿਸਟ ਏਜੰਡਾ, ਨਿੱਜੀ ਇਹਦਾ ਏਜੰਡਾ,
ਔਰ ਪਿੱਛੋਂ RSS ਨੂੰ ਡਟ ਕੇ ਸਪੋਰਟ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਇਹਨੂੰ ਉੱਥੇ ਉਹ ਸਾਰੀ ਜਗ੍ਹਾ ਤੇ ਵਾੜ ਦਿਓ ਜਿੱਥੇ ਕਾਂਗਰਸ ਕੱਟੀ ਜਾ ਸਕਦੀ ਆ, ਕਮਜ਼ੋਰ ਕੀਤੀ ਜਾ ਸਕਦੀ ਹੈ ਜਾਂ ਖਤਮ ਕੀਤੀ ਜਾ ਸਕਦੀ। ਲੋਕਾਂ ਨੇ ਤਾਂ ਫਤਵਾ ਦੇ ਦਿੱਤਾ 5 ਸਾਲ ਵਾਸਤੇ, ਹੁਣ 5 ਸਾਲ ਬਾਅਦ ਲੋਕੀ ਕੁਛ ਨਹੀਂ ਕਰ ਨਾ 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 ਕੀ ਕਰ ਲੈਣਗੇ ਲੋਕ? ਤੁਹਾਡੇ ਮਨ ਵਿੱਚ ਇਹ ਵੀ ਭੁਲੇਖਾ ਹੈ। ਇਹ ਜ਼ਰੂਰੀ ਥੋੜੀ ਆ ਵੀ ਜੇ 5 ਸਾਲ ਜੇ ਲੋਕਾਂ ਨੇ ਇੱਕ ਵਾਰੀ 92 ਦਾ ਦੇਤਾ ਤੇ ਹੁਣ ਉਹ 5 ਸਾਲ ਹੀ ਪੱਕਾ ਹੀ ਆ। ਅੱਧ ਵਿਚਾਲੇ ਵੀ ਕਈ ਵਾਰੀ ਕੰਮ ਰਹਿ ਜਾਂਦਾ। ਇਹ ਕੋਈ ਜ਼ਰੂਰੀ ਨਹੀਂ ਹੈਗਾ। ਕਿਹੜਾ ਕਿੱਧਰ ਨੂੰ ਕੀ ਜਾਊਗਾ। ਜਿੰਨਾ ਪੰਜਾਬ ਦੇ ਅੰਦਰ 92 MLA ਚ ਹੈਗਾ ਜਿਗਰਾ ਕਿ ਪੰਜਾਬ ਪੁਲਿਸ ਦਾ ਮਿਸਯੂਜ਼ ਹੋ ਰਿਹਾ ਜੀ, ਪੰਜਾਬ ਦੇ ਝੰਡੇ ਛੱਡ ਕੇ ਕੇਜਰੀਵਾਲ ਸਾਹਿਬ ਦੇ ਕੰਮ ਹੋ ਰਹੇ ਨੇ। ਮੋਦੀ ਨਾਲੋਂ ਦੇਸ਼ 'ਚ ਕਿਸੇ ਨੂੰ ਇਸ ਵੇਲੇ ਤਕੜਾ ਪੋਲੀਟੀਸ਼ੀਅਨ ਤੇ ਨਹੀਂ ਨਹੀਂ ਹੈਗਾ ਨਾ। ਆਪਾਂ ਮੰਨਦੇ ਹਾਂ ਸਾਰੇ, ਹੈ ਵੀ ਹੈ, ਫੈਕਟ ਵੀ ਹੈ। BJP ਨੂੰ ਘਰਾਂ 'ਚੋਂ ਨਿਕਲਣ ਦਿੱਤਾ ਸੀ ਲੋਕਾਂ ਨੇ। ਆ ਪਿਛਲੇ 2 ਸਾਲ ਘਰਾਂ ਦੇ ਸਾਹਮਣੇ ਪੱਕੇ ਮੋਰਚੇ ਲਾ ਕੇ ਘਰਾਂ 'ਚੋਂ ਹੀ ਨਹੀਂ ਸੀ ਲੀਡਰ ਨੂੰ ਨਿਕਲਣ ਦਿੰਦੇ। ਜੇ ਆਹ ਹੀ ਬੇਕਰਤੂਤੀਆਂ ਕਰਦੇ ਰਹੇ ਆਪ ਵਾਲੇ, ਇਹ ਤੁਸੀਂ ਦੇਖੋ 6 ਮਹੀਨਿਆਂ ਦੇ ਅੰਦਰ ਸਾਰੇ MLA ਦੇ ਘਰਾਂ ਦੇ ਸਾਹਮਣੇ ਪੱਕੇ ਮੋਰਚੇ ਲੱਗੇ ਹੋਣਗੇ। ਲੋਕ ਜਾਗਰੂਕ ਹੋ ਗਏ ਵੀ ਅਸੀਂ ਕਿਹੜੇ ਕੰਮ ਵਾਸਤੇ ਤੁਹਾਨੂੰ ਦਿੱਤਾ, ਤੁਸੀਂ ਉਹਦਾ ਨਜਾਇਜ਼ ਫਾਇਦਾ ਚੱਕ ਰਹੇ। ਉਹ ਨਹੀਂ ਜਾਗਰੂਕ ਗਏ, ਲੋਕ ਪਹਿਲਾਂ ਹੀ ਜਾਗਰੂਕ ਆ, ਤਾਂ ਹੀ 92 ਜਿਤਾਏ ਆ। ਇਹ ਕੋਈ ਬੇਵਕੂਫੀ ਦਾ ਸਟੈਪ ਥੋੜੀ ਲਿਆ ਲੋਕਾਂ ਨੇ। ਲੋਕਾਂ ਨੇ ਕਿਹਾ ਕਿ ਨਾ ਆਪਾਂ ਵੱਡੇ ਇਨਕਲਾਬ ਤਾਂ ਨਹੀਂ ਕਰ ਸਕੇ, ਆ ਇੱਕ ਛੋਟਾ ਇਨਕਲਾਬ ਕਰੋ, ਰਾਜ ਪਲਟਾ ਕਰ ਦਿਓ ਬੜੀ ਦੇਰ ਦਾ। ਨਾਲੇ ਕੇਜਰੀਵਾਲ ਨੂੰ ਵੀ ਦੇਖ ਲਾਂਗੇ, ਬੜੀ ਦੇਰ ਦਾ ਪੂਛ ਚੱਕੀ ਫਿਰਦਾ ਵੀ ਮੈਂ ਕਰੂੰਗਾ, ਮੈਂ ਕਰ ਦੂੰਗਾ, ਕਰਪਸ਼ਨ ਫ੍ਰੀ ਕਰ ਦੂੰਗਾ, ਆਹ ਕਰ ਦੂੰਗਾ, ਉਹ ਕਰ ਦੂੰਗਾ, ਮੇਰੇ ਗਰੰਟੀਆਂ ਰਹੀਆਂ, ਆ ਰਹੀਆਂ, ਉਹ ਰਹੀਆਂ। ਲੋਕਾਂ ਨੇ ਕਿਹਾ ਇੱਕ ਮੌਕਾ, ਉਹਨੇ ਕਿਹਾ ਵੀ ਇੱਕ ਮੌਕਾ ਕੇਜਰੀਵਾਲ ਨੂੰ, ਕਹਿੰਦਾ ਆ ਚੱਕ ਮੌਕਾ। ਤੇ ਕੰਮ ਕਿੱਧਰ ਨੂੰ ਸ਼ੁਰੂ ਕੀਤਾ। ਜੇ ਹੁਣ ਜਿਸ ਤਰੀਕੇ ਨਾਲ ਚੱਲ ਰਹੀ ਸਰਕਾਰ ਭੁੱਲਰ ਜੀ, ਜੇ ਇਸ ਤਰ੍ਹਾਂ ਚੱਲਦੀ ਰਹੀ ਤਾਂ ਲੋਕੀ ਬਹੁਤ ਤੱਤੇ ਆ ਪੰਜਾਬ ਦੇ। ਉਹ ਪਹਿਲਾਂ ਹੀ ਗਰਮ ਆ, ਉਹ ਕਿਸਾਨ ਦੀ ਮੂਵਮੈਂਟ ਤੋਂ ਹੀ ਗਰਮ ਆ। 2-3 ਅਸਲ 'ਚ ਤਾਂ 10 ਸਾਲਾਂ ਤੋਂ ਗਰਮ ਆ। 10 ਸਾਲਾਂ ਤੋਂ ਗਰਮੈਸ਼ ਫੜ ਰਹੀ ਹੈ। ਹੁਣ ਉਹ ਇੱਥੇ ਪਹੁੰਚੀ ਹੋਈ ਹੈ ਇਸ ਪੱਧਰ ਦੇ ਉੱਤੇ। ਉਹਨੂੰ ਥੱਲੇ ਨਹੀਂ, ਟੈਂਪਰੇਚਰ ਨੂੰ ਥੱਲੇ ਕੀਤਾ ਜਾ ਸਕਦਾ। ਉਹਨੂੰ ਹੋਰ ਥੋੜ੍ਹਾ ਜਿਹਾ 2 ਡਿਗਰੀਆਂ ਤਾਂ ਤੇ ਜਾ ਸਕਦੀ ਹੈ। ਇਸ ਲਈ ਉਹਨਾਂ ਦੇ ਸਾਹਮਣੇ ਖੜੇ ਰਹਿਣਾ ਕਿ ਇੱਕ ਵਾਰੀ ਜਿੱਤ ਗਏ ਇਹ ਸਾਨੂੰ 5 ਸਾਲਾਂ ਦਾ ਹੁਣ ਸਰਟੀਫਿਕੇਟ ਮਿਲ ਗਿਆ, ਇਹ ਜ਼ਰੂਰੀ ਨਹੀਂ ਹੈਗਾ। ਕਿਸੇ ਵੇਲੇ ਵੀ ਲੋਕ ਇਹੋ ਜਿਹਾ ਜਿਹਾਦ ਖੜਾ ਕਰਨਗੇ, ਨਿਕਲਣਾ ਬਾਹਰ ਕਰ ਦੇਣਗੇ, ਸਰਕਾਰ ਚੱਲਣੀ ਨਹੀਂ ਦੇਣਗੇ। ਭਗਵੰਤ ਮਾਨ ਨੂੰ ਮੇਰਾ ਆਖਰੀ ਸਵਾਲ ਆ, ਸਟੈਂਡ ਸਪਸ਼ਟ ਕਰ ਦੇਣਾ ਚਾਹੀਦਾ ਹੈਗਾ ਕਿ ਉਹ ਪੰਜਾਬ ਨਾਲ ਆ ਕਿ ਜਾਂ ਕੇਜਰੀਵਾਲ ਦੇ ਨਾਲ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਜਿੱਦਣ ਭਗਵੰਤ ਮਾਨ ਦਾ ਨਾਂ ਨਹੀਂ ਸੀ ਲਿਆ ਜਾ ਰਿਹਾ ਚੀਫ ਮਿਨਿਸਟਰ ਦੇ ਚਿਹਰੇ ਤੌਰ 'ਤੇ, ਇਮਾਨਦਾਰੀ ਦੇ ਨਾਲ ਅਸੀਂ ਡਟ ਕੇ ਉਹਦੇ ਨਾਲ ਖੜੇ ਸੀ, ਅੱਜ ਵੀ ਖੜੇ ਹਾਂ। ਪਰ ਉਹ ਵੀ ਤੇ ਪੰਜਾਬੀਆਂ ਦੇ ਨਾਲ ਖੜੇ, ਅਸੀਂ ਤੇ ਪੰਜਾਬ ਦੀ ਆਵਾਜ਼ ਨਾਲ ਖੜੇ, ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ, ਉਹਨਾਂ ਦੇ ਦਰਦ ਨਾਲ ਖੜੇ। ਤੇ ਜੇ ਇਹ ਮਖੌਟਾ ਪਾ ਕੇ ਪੰਜਾਬ ਦਾ ਦਰਦ ਦਿਖਾਊਗਾ ਤੇ ਅਸਲੀਅਤ 'ਚ ਇਹਨੂੰ ਆਪਣੀ ਕੁਰਸੀ ਦਾ ਦਰਦ ਹੋਊਗਾ ਜਾਂ ਚਿੰਤਾ ਹੋਊਗੀ। ਤੇ ਦੂਜੇ ਪਾਸੇ ਮੇਰਾ ਰੁੱਸੇ ਨਾ ਉਹਨੂੰ ਕਹਿੰਦੇ ਆ ਕੇਜਰੀਵਾਲ, ਜੇ ਉਹਦੀ ਤਰਜ ਦਿਲ ਦੇ ਵਿੱਚ ਐਂ ਕਰਦੀ ਰਹੂਗੀ ਕਿ ਕੇਜਰੀਵਾਲ ਨਾ ਰੁੱਸ ਜੇ, ਸਾਰੀ ਪੋਲੀਟਿਕਸ ਉਧਰ ਨੂੰ ਜਾਊਗਾ, ਇਹਦਾ ਕੁਛ ਨਹੀਂ ਬਚਣਾ ਨਾ। ਇਹਦੀ ਫਿਰ ਇਹ ਆਪ ਹੀ ਲੋਕਾਂ ਦਾ ਜਾਣੀ, ਹੁਣ ਤੇ ਪਹਿਲਾਂ ਇਹ ਕਮੇਡੀਅਨ ਸੀਗਾ ਨਾ, ਫਿਰ ਲੋਕ ਇਹਦੇ 'ਤੇ ਕਾਮੇਡੀ ਕਰਿਆ ਕਰਨਗੇ ਕਿ ਆਹ ਸਾਡਾ ਇੱਕ ਚੀਫ ਮਿਨਿਸਟਰ ਬਣਿਆ ਸੀ। ਇਹਨੇ ਇਹ ਜਿੰਨਾ ਜਲਦੀ ਆਪਣਾ ਇਹਨੇ ਫੈਸਲਾ ਕੀ ਕਰਨਾ, ਸਟੈਂਡ ਕੀ ਲੈਣਾ, ਦਿੱਲੀ ਤੋਂ ਚੱਲਣਾ ਜਾਂ ਚੰਡੀਗੜ੍ਹ ਤੋਂ ਚੱਲਣਾ, ਜਿੰਨਾ ਜਲਦੀ ਇਹ ਫੈਸਲਾ ਕਰ ਲੂਗਾ ਓਨਾ ਹੀ ਇਹਦਾ ਹਿੱਤ ਵੀ ਠੀਕ ਰਹੂਗਾ, ਇਹਨਾਂ ਦੀ ਪੋਲੀਟਿਕਸ ਦਾ ਹਿੱਤ ਰਹੂਗਾ, ਤੇ ਈਵਨ ਆਮ ਆਦਮੀ ਪਾਰਟੀ ਦਾ ਵੀ ਆਪਣਾ ਰਾਜਨੀਤਿਕ ਹਿੱਤ ਠੀਕ ਰਹੂਗਾ। ਨਹੀਂ ਤੇ ਇਹ ਗੱਲ ਸਾਫ਼ ਹੈ ਭੁੱਲਰ ਜੀ, ਇਹਨੇ ਹੱਥ ਪਾ ਲਿਆ ਬਹੁਤ ਤੱਤੀ ਜਗ੍ਹਾ, ਔਰ ਇਹਨੂੰ ਮਾਡਲ ਪੇਸ਼ ਕਰਨਾ ਚਾਹੁੰਦਾ ਸਾਰੇ ਦੇਸ਼ ਲਈ। ਤੇ ਦੂਜੀ BJP ਐਸੇ ਨੂੰ ਇਹਦਾ ਫੇਲਰ ਦਾ ਮਾਡਲ ਜਿਹੜਾ ਸਾਰੇ ਦੇਸ਼ ਦੇ ਵਿੱਚ ਪੇਸ਼ ਕਰ ਦੂਗੀ ਕੇਜਰੀਵਾਲ ਦਾ ਕਿ ਕਿਉਂਕਿ ਇੱਥੇ ਦੇ ਲੋਕ ਇੰਨੇ ਗਰਮ ਹੁੰਦੇ, ਦੀਆਂ ਲੋੜਾਂ ਹੀ ਇੰਨੀਆਂ, ਉਹ ਤੇ 5 ਦਿਨ ਵੀ ਨਹੀਂ ਵੇਟ ਕਰ ਸਕਦੇ। ਇਹ 5 ਸਾਲ ਦੀ ਗੱਲ ਤੁਸੀਂ ਕਰਦੇ ਆ। ਇਸ ਲਈ ਇਹ ਤੱਤੀ ਜਗ੍ਹਾ 'ਤੇ ਹੱਥ ਪਾ ਕੇ ਇਹਨੂੰ ਸਮਝ ਨਹੀਂ ਪਈ ਕਿ ਇੱਥੇ ਸ਼ੇਰ ਦੀ ਸਵਾਰੀ ਕਰਨੀ ਕਿਵੇਂ ਆ। ਉਹ ਇਹਦੇ ਕੋਲ ਮੰਤਰ ਹੈ ਨਹੀਂ ਹੈ। ਉੱਥੇ ਦਿੱਲੀ ਇੱਕ ਖਿਲ ਰਿਹਾ ਹੈ, ਛੋਟੀ ਜੀ ਸ਼ਹਿਰ ਹੈਗਾ, ਉਹਦੇ 'ਚ ਚੱਲੀ ਜਾਂਦਾ, ਲੋਕ ਕੌਣ ਕਿਹਨੂੰ ਪੁੱਛਦਾ। ਇੱਥੇ ਤੇ ਲੋਕ 24 ਘੰਟੇ ਤੱਤੀ ਹਰ ਗੱਲ ਦੀ ਖਬਰ, ਮਿੰਟ ਸਕਿੰਟ ਦੀ ਖਬਰ ਰੱਖਦੇ। ਤੁਸੀਂ ਅੱਜ ਬੋਲੋ 5 ਮਿੰਟਾਂ ਬਾਅਦ ਕਿਸੇ ਵੀ ਦੇਸ਼ ਪੰਜਾਬ ਦੇ ਕੋਨੇ ਤੋਂ ਖਬਰ ਬਾਰੇ ਤੁਸੀਂ ਪਤਾ ਲਾ ਸਕਦੇ। ਇੰਨੇ ਤੱਤੇ ਤੇ ਇੰਨੇ ਵੈਲ ਇਨਫਾਰਮਡ ਹੈ। ਭਗਵੰਤ ਮਾਨ ਦਾ ਕੀ ਫਿਊਚਰ ਕੀ ਦੇਖਦੇ? ਉਹਨੇ ਆਪ ਹੀ ਆਪਣਾ ਇਹ ਫੈਸਲਾ ਕਰਨਾ। ਮੈਨੂੰ ਤਾਂ ਲੱਗਦਾ ਜੇ ਉਹ ਪੰਜਾਬੀਆਂ ਦੇ ਨਾਲ ਚੱਲੇ, 92 MLA ਦੇ ਨਾਲ ਚੱਲੇ, ਆਪ ਫੈਸਲੇ ਕਰਨ ਲੱਗੇ ਤੇ ਉਹਦਾ ਰਾਜਨੀਤਿਕ ਭਵਿੱਖ ਹੈਗਾ। ਭਾਵੇਂ ਨਾ ਕੁਛ ਬਹੁਤਾ ਹੋ ਸਕੇ ਜਿੰਨਾ ਇਹਨਾਂ ਨੇ ਵਾਅਦੇ ਕੀਤੇ, ਨਾ ਕਦੇ ਹੁੰਦਾ ਹੀ ਹੁੰਦਾ। ਪਰ ਜੇ ਹੁਣ ਜਿੱਧਰ ਨੂੰ ਚੱਲਿਆ, ਜੇ ਇੰਝ ਚੱਲਦਾ ਰਿਹਾ ਤੇ ਕਾਹਦਾ ਫਿਊਚਰ ਆ। ਇਹ ਤਾਂ ਫਿਰ ਠੀਕ ਹੈ, ਇੱਕ ਵਾਰੀ ਚੀਫ ਮਿਨਿਸਟਰ ਦੀ ਫੀਤੀ ਲੱਗ ਗਈ ਆ, ਇਹ ਕਿਆ ਕਰੂਗਾ ਕਿ ਐਕਸ ਚੀਫ ਮਿਨਿਸਟਰ ਬਸ
ਮਿਹਰਬਾਨੀ। ਬਹੁਤ ਬਹੁਤ ਧੰਨਵਾਦ। ਉਹ ਜਿੱਥੇ ਤੱਕ ਪੰਜਾਬ ਦਾ ਸਵਾਲ, ਦੇਖੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੇ ਫਤਵਾ ਜਿੱਦਾਂ ਪ੍ਰੋਫੈਸਰ ਦਾ ਖੁਦ ਨੂੰ ਦਿੱਤਾ ਹੈਗਾ, ਕਿਉਂਕਿ ਉਹਨਾਂ ਨੇ ਲੋਕਾਂ ਨੇ ਅਕਾਲੀਆਂ ਨੂੰ ਵੇਖ ਲਿਆ, ਕਾਂਗਰਸੀਆਂ ਨੂੰ ਵੀ ਦੇਖ ਲਿਆ, ਬਾਦਲ ਵੀ ਦੇਖ ਲਏ, ਕੈਪਟਨ ਵੀ ਦੇਖ ਲਏ, ਚੰਨੀ ਵੀ ਦੇਖ ਲਏ। ਸਵਾਲ ਹੀ ਕਿ ਇਸ ਵਾਰ ਭਗਵੰਤ ਮਾਨ ਨੂੰ ਵੇਖਣਾ। ਲੇਕਿਨ ਪਹਿਲੇ 50 ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਲੱਗਿਆ ਨਹੀਂ ਕਿ ਜਿਸ ਬੋਰੇ ਭਰ ਕੇ ਸੀਟਾਂ ਦਿੱਤੀਆਂ ਹੈਗੀਆਂ ਉਸ ਫਤਵੇ ਦਾ ਸਹੀ ਇਸਤੇਮਾਲ ਹੋ ਰਿਹਾ, ਕਿਉਂਕਿ ਲੋਕ ਅੱਕ ਗਏ ਨੇ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਵਾਸਤੇ ਫਤਵਾ ਦਿੱਤਾ ਸੀ। ਦਿੱਲੀ ਦੀਆਂ ਜਿਹੜੀਆਂ ਸਿਆਸੀ ਤੇ ਨਿੱਜੀ ਖੇੜਾਂ ਨੇ ਉਹ ਦਿੱਲੀ ਛੱਡ ਆਉਣੀਆਂ ਚਾਹੀਦੀਆਂ ਨੇ, ਪੰਜਾਬ ਨੂੰ ਬੈਟਲ ਗਰਾਊਂਡ ਨਹੀਂ ਬਣਾਉਣਾ ਚਾਹੀਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।